ਬਿਸਮਿਲ੍ਲਾ ਜੀ। ਥੜਾ ਸਿਆਸਤ ਦੇ ਨਾਲ ਮੈਂ ਤੁਹਾਡਾ ਯਾਰ ਅਹਿਮਦ ਲਤੀਫ ਤੇ ਅੱਜ ਸਾਡੇ ਨਾਲ ਮੌਜੂਦ ਨੇ ਮੈਗਜ਼ੀਨ ਸਾਰੀ ਜ਼ਿੰਦਗੀ, ਜਿਹਨੂੰ ਕਹਿੰਦੇ ਨਾ ਸਾਰੀ ਜ਼ਿੰਦਗੀ ਮੈਗਜ਼ੀਨ ਕੀਤਾ ਤੇ ਮੈਗਜ਼ੀਨ ਜਰਨਲਿਜ਼ਮ ਹੈ ਕੀ ਇੱਕ ਦੂਸਰਾ ਇੱਕ ਹੋਰ ਅਸੀਂ ਸਮਝਦੇ ਹਾਂ ਕਿ ਜਿਹੜੀ ਟੈਕਨੀਕਲ ਰਿਪੋਰਟਿੰਗ ਨਾ ਸਾਡੀਆਂ ਮਤਲਬ ਸੁਪਰੀਮ ਕੋਰਟ ਹੈ, ਫਾਈਨਾਂਸ ਹੈ, ਫਾਰਨ ਆਫਿਸ ਹੈ, ਈਵਨ ISPR ਹੈ, ਔਰ ਉਹਦੇ ਵਿੱਚ ਇੱਕ ਰੇਲਵੇ ਵੀ ਹੈਗਾ ਜਿਹਨੂੰ ਲੋਕ ਹੁਣ ਵੈਸੇ ਤੇ ਅਸੀਂ ਵੀ ਨਜ਼ਰਅੰਦਾਜ਼ ਕੀਤੇ ਹੈ ਤੇ ਪਾਕਿਸਤਾਨ ਨੇ ਵੀ ਨਜ਼ਰਅੰਦਾਜ਼ ਕੀਤੇ ਹੈ ਤੇ ਇਹਨਾਂ ਦੀ ਜਿਹੜੀ ਤਹਿਕੀਕ ਹੈ ਉਹ ਦੱਸਦੀ ਹੈ ਕਿ ਬਰੇ ਸਗੀਰ ਪੂਰੇ ਨੇ ਨਜ਼ਰਅੰਦਾਜ਼ ਕੀਤੇ ਹੈ ਰੇਲਵੇ ਨੂੰ। ਦੁਨੀਆ ਕਿੱਥੇ ਦੀ ਕਿੱਥੇ ਟੁਰ ਗਈ ਹੈ। ਅਸੀਂ ਹੁਣ ਵੀ ਉਹ ਪੁਰਾਣੇ ਛਕਾ ਸ਼ੁਕਰ ਹੈ ਅਸੀਂ ਉਹ ਹੁਣ ਜਿਹੜਾ ਉਹ ਭਾਪ ਦੇ ਇੰਜਣ ਸਨ ਉਹ ਮੁੱਕ ਗਏ ਨੇ, ਵਰਨਾ ਲੱਗਦਾ ਹੀ ਸੀ ਕਿ ਅਸੀਂ ਫੇਰ ਭਾਪ ਦੇ ਇੰਜਣ ਜਾਵਾਂਗੇ। ਕੌਣ ਸਾਡੇ ਨਾਲ? ਨਦੀਮ ਖਾਨ। अस्सलाम वालेकुम जी। ਵਾਲੇਕੁਮ ਅਸਲਾਮ। ਨਦੀਮ ਖਾਨ ਜੀ, ਇਹ ਤੁਹਾਨੂੰ ਮੈਂ ਇਸ ਗੱਲ ਹੈ ਵੀ ਕਿ ਲੋਕਾਂ ਨੂੰ ਰਿਪੋਰਟਰ ਪਤਾ ਹੁੰਦਾ ਹੈ, ਲੋਕਾਂ ਨੂੰ ਸਬ ਐਡੀਟਰਾਂ ਦਾ ਪਤਾ ਹੁੰਦਾ ਹੈ, ਲੋਕਾਂ ਨੂੰ ਇਹ ਨਹੀਂ ਪਤਾ ਕਿ ਮੈਗਜ਼ੀਨ ਹੁੰਦਾ ਕੀ ਹੈ। ਐਡੀਟੋਰੀਅਲ ਤੇ ਮੈਗਜ਼ੀਨ ਕਿਸੇ ਵੀ ਅਖਬਾਰ ਦਾ ਬ੍ਰੇਨ ਹੁੰਦਾ ਹੈ, ਉਹ ਪਾਲਿਸੀ ਹੁੰਦਾ ਹੈ। ਲੇਕਿਨ ਹੁਣ ਸ਼ਰ ਮਕਾਓ ਜੀ, ਚੁੱਕੋ ਜੀ, ਮਿੱਟੀ ਪਾਓ ਜੀ, ਇਹ ਚੱਲ ਰਿਹਾ। ਤੁਸੀਂ ਦੱਸੋ ਹਾਂ ਮੈਗਜ਼ੀਨ ਹੁੰਦਾ ਕੀ ਹੈ? मैगजीन और एडिटोरियल दोनों अलग-अलग शोबे ने। मैगजीन ਜਿਹੜਾ ਹੈ ਨਾ ਉਹ ਕਲਰ ਪੇਜ ਔਰ ਇੱਕ ਟਾਈਮ ਸੀ ਕਿ ਮੈਗਜ਼ੀਨ ਅਖਬਾਰ ਦੀ ਜਾਨ ਹੁੰਦੀ ਸੀ। ਲੋਕ ਅਖਬਾਰ ਜਿਹੜਾ ਨਾ ਉਹ ਸਾਈਡ ਤੇ ਕਰ ਦਿੰਦੇ ਸਨ ਔਰ ਪਹਿਲੇ ਕਲਰ ਸਫੇ ਨੂੰ ਦੇਖਦੇ ਸਨ ਔਰ ਲੋਕ ਇੰਤਜ਼ਾਰ ਕਰਦੇ ਸਨ ਕਿ ਕਲਰ ਸਫਾ ਕਿਸ ਦਿਨ ਆਏਗਾ। ਠੀਕ ਹੈ, ਤੇ ਪਾਕਿਸਤਾਨ ਦੇ ਜਿਹੜੇ ਵੱਡੇ ਅਖਬਾਰਾਂ ਸਨ ਉਹਨਾਂ ਦੇ ਦਿਨ ਤੈਅ ਸਨ ਕਿ ਬੱਚੇ ਦਾ ਸਫਾ ਆ ਰਿਹਾ ਹੈ, ਇਕਰਾ ਐਡੀਸ਼ਨ ਆ ਰਿਹਾ, ਫਨਕਾਰ ਆ ਰਿਹਾ ਹੈ, ਸੰਡੇ ਮੈਗਜ਼ੀਨ ਆ ਰਿਹਾ ਹੈ, ਖਵਾਤੀਨ ਦਾ ਪੇਜ ਆ ਰਿਹਾ ਹੈ, ਕ੍ਰਾਈਮ ਦਾ ਪੇਜ ਆ ਰਿਹਾ, ਉਹਨਾਂ ਦੀ ਸਟੋਰੀਆਂ ਨੇ, फीचर राइटर बटालवी साहब बहुत अच्छे फीचर राइटर ने और अच्छे इंटरव्यूज ने और ये अखबार दी जान होंदे सन। लेकिन जूं सोशल मीडिया का दौर आंदा गया और मैगजीन का दौर खत्म होंदा गया और आहिस्ता कई अखबारात ने न्यूज़ प्रिंट महंगा होता गया और एक टाइम सी कि असी जंग अखबार ने 100 सफात दे भी मैगजीन शाया कीते और 14 अगस्त के मौके ते तकरीबन 95 या 96 की गल है कि उन्होंने 200 सफ़े का आर्काइव मैगजीन शाया किया और वो मैगजीन जड़ा ना लोगों ने हिस्ट्री के तौर पे अपने आज तक लाइब्रेरियां और उस 14 अगस्त के हवाले नाल जिस टाइम गोल्डन जुबली मनाई गई सी पाकिस्तान दी, उस टाइम पाकिस्तान दा मैगजीन बनाया गया और ये मैगजीन बहुत इंपोर्टेंट चीज़ां सन और लोगों ने अपने कोल रखिया, हिस्ट्री दे तौर ते अपने कोल रखिया। लेकिन आजकल क्योंकि वो खत्म हो गया, मीडिया खत्म हो गया, हुण 14 अगस्त के हवाले नाल कोई स्पेशल एडिशन या कोई ऐसा आम रूटीन दा एक एडिशन छाया कर देंदे ने, उस तो इलावा कोई चीज़ नहीं होंदी। मकाओ ਹੁਣ ਸਿਰਫ टीवी ते रह गया है कि वो झंडा दिखा देता और उस तो बाद दौड़ भाग दिखा देती और इस तरह दिखा देता। लेकिन साड़ी नई नस्ल नूं ये नहीं दिखाया जा रहा कि पाकिस्तान बनया किस तरह है, उसकी तारीख की है, किस तरह लोग लुटे पिटे पाकिस्तान आए ने, किस तरह लोगों ने इत्थे सरवाइव किया, किस तरह लोगों ने गुरबत गुजारी। अज हर बंदा पैसे की दौड़ च लग्या लेकिन अपने बच्चों को कोई ये नहीं दसदा कि पाकिस्तान किस तरह बनया है। ठीक है, और हर बंदे दे हाथ मोबाइल है, हर बंदा कहता फास्ट फूड चले जाइए, KFC चले जाइए। ठीक है, लेकिन ये पाकिस्तान किस तरह बनया सान अपने बच्चों को बैकग्राउंड दसना चाहिए है कि बैकग्राउंड की है इसका। अच्छा, पढ़ना पढ़ाना मुक गया नदीम साहब, पढ़ना पढ़ाना मुक गया, किताब मुक गई है, हुण असीं क्लिक ते आ गए। क्लिक ਉਹ ਐਂਆਂ ਉਂਗਲੀਆਂ ਮੇਰਾ ਪੋਤਰਾ ਵੀ ਚਲਾ ਰਿਹਾ ਹੁੰਦਾ ਟਿਕ 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 ਕਰਕੇ। ਇਹ ਜਿਹੜੀ ਟਿਕ ਹੈ, ਇਸ ਟਿਕ ਨੇ ਸਾਡਾ ਕੀ ਹਾਲ ਕਰ ਦਿੱਤਾ ਹੈ। ਔਰ ਅੱਜ ਹੁਣ ਕਾਨੂੰਨ ਪੇ ਬਣਦੇ ਨੇ ਕਿ ਇਤਨੀ ਉਮਰ ਦਾ ਬੱਚਾ ਜਿਹੜਾ ਤੱਕੇਗਾ ਨਹੀਂ ਤੱਕੇਗਾ, ਕਿਹੜਾ ਕਾਰਟੂਨ ਤੱਕੇਗਾ। ਹੁਣ ਇਹ ਵੀ ਹੁੰਦਾ ਅੱਛਾ ਫੇਰੇ ਕਬ ਲੈ ਕੇ, ਇਹ ਵੀ ਹੁੰਦਾ ਜੇ ਪਤਾ ਤੁਹਾਨੂੰ। ਬੱਚੇ ਪੁੱਛਦੇ ਨਾ ਜਿਹੜੇ ਸ਼ਾਦੀ ਵਿਆਹ ਤੇ ਜਾਂਦੇ ਨਾ, ਦੁਲਹਨ ਫੇਰੇ ਕਬ ਲੇਗੀ। ਉਹ ਜ਼ਾਹਿਰ ਹੈ ਉਹਨਾਂ TV ਤੱਕਣਾ ਹੈ, ਉਹ YouTube ਤੱਕਣਾ ਹੈ, ਜਿਹੜਾ ਉਹਨਾਂ ਪੋਸਟ ਕੀਤੇ ਇੰਡੀਅਨ ਨੇ ਉਹ ਹੀ ਸਮਝਦੇ, ਉਹਨਾਂ ਨੂੰ ਪਤਾ ਹੀ ਨਹੀਂ ਇਸਲਾਮੀ ਵਿਆਹ ਕੀ ਹੁੰਦਾ।
ਹਾਂ ਇਹਦਾ ਕੀ ਕਰੀਏ ਦਰਅਸਲ ਮੈਗਜ਼ੀਨ ਵਿੱਚ ਨਾ ਹਰ ਮੈਗਜ਼ੀਨ ਸੰਡੇ ਮੈਗਜ਼ੀਨ ਅਖਬਾਰਾਤ ਦੇ ਸ਼ਾਇ ਹੁੰਦੇ ਸਨ, ਉਸ ਵਿੱਚ ਸਪੈਸ਼ਲ ਪੇजेस ਹੁੰਦੇ ਸਨ, ਉਸ ਵਿੱਚ ਇਸਲਾਮੀ ਪੇਜ ਅਲੱਗਾ ਹੁੰਦਾ ਸੀ, ਆਮ ਫੀਚਰ ਅਲੱਗਾ ਹੁੰਦਾ ਸੀ, ਕਹਾਣੀਆਂ ਲੋਕ ਇੰਤਜ਼ਾਰ ਕਰਦੇ ਸਨ, ਤਵੀਲ ਇੰਟਰਵਿਊ ਅਲੱਗ ਹੁੰਦੇ ਸਨ, ਇੰਟਰਵਿਊ ਹੁੰਦੇ ਸਨ, ਲੋਕ ਕਹਾਣੀਆਂ ਪੜ੍ਹਨੇ ਦਾ ਇੰਤਜ਼ਾਰ ਕਰਦੇ ਸਨ ਕਿ ਸਿਲਸਿਲੇ ਚੱਲ ਰਹੇ ਹੁੰਦੇ ਸਨ ਡਾइजेस्ट ਦੇ, ਔਰ ਡਾइजेस्ट ਜਿਹੜਾ ਸੀ ਨਾ ਔਰ ਫਿਰ ਇਹ ਹਫਤਾ कैसा रहेगा ਉਸ ਵਿੱਚ ਇੱਕ ਸਫਾ ਲੱਗਦਾ ਸੀ, ਬਹੁਤ ਪੜ੍ਹਦੇ ਸਨ ਲੋग पढ़ते सन कि ये हफ्ता कैसा रहेगा, हाथों की लकीरें और पामिस ਦੇ ਇੰਟਰਵਿਊ ਔਰ ਪਾमिस ਦੀ ਐਮਏ ਮਲਕ ਇੱਕ ਪਾमिस ਸੀ, ਉਹਨਾਂ ਦਾ ਬਕਾਇਦਾ ਪੂਰੀ ਹਿਸਟਰੀ ਛਪਦੀ ਹੁੰਦੀ ਸੀ ਕਿ ਜੀ ਇਸ ਤਰ੍ਹਾਂ ਤੇ ਹੁਣ ਸਾਰਾ ਕੁਝ ਖਤਮ ਹੋ ਗਿਆ, ਸਾਰਾ ਹੁਣ ਹਰ ਬੰਦਾ ਸੋਸ਼ਲ ਮੀਡੀਆ ਤੇ। ਸਾਡੇ ਬੱਚੇ ਨੂੰ ਇਹ ਹੀ ਨਹੀਂ ਪਤਾ ਕਿ ਅਖਬਾਰਾਤ ਕੋਈ ਖੋਲਣਾ ਵੀ ਗਵਾਰਾ ਨਹੀਂ ਕਰਦਾ। ਮੇਰੇ ਘਰ ਅਖਬਾਰ ਆਂਦਾ ਹੈ ਔਰ ਅਖਬਾਰ ਵਾਲਾ ਮੈਨੂੰ ਦੱਸਦਾ ਹੈ ਕਿ ਸਿਰਫ ਅਖਬਾਰ ਇਸ ਮਾਰੇ ਲੋਕ ਮੇਰੇ ਕੋਲ ਲੈ ਰਹੇ ਨੇ ਕਿ ਸਿਰਫ ਇਹ ਹੈ ਕਿ ਮੇਰੇ ਪੈਸੇ ਬਣ ਜਾਵਣ 1000 और उस तो बाद वापस उसी तरह तय करके अखबारात मैं वापस दे देंगे ने और मैं वापस ले जाना, ते ये पोजीशन हो गई अखबारात दी। और सोशल मीडिया दा दौर है, लेकिन सोशल मीडिया दा जेड़ा दौर है उसी जेड़े यंग जनरेशन ने अहमद लतीफ साहब इन्हां बच्चों नूं कोई चीज याद नहीं है। तुसी मेरे कोल हुण पुछ लो कि 85 च इलेक्शन होया सी ते पिंड च कौन बंदा जित्या सी, मैं तुहानूं हुणी उंगलियां ते दस दियां। ਇਹ ਹੈ ਨਾ ਅਸਲ ਕਿਉਂਕਿ ਤੁਸੀਂ ਪੇਜ ਬਣਾਉਂਦੇ ਰਹੇ ਅਸੀਂ ਪੜ੍ਹਦੇ ਰਹੇ ਹਾਂ ਕੀ ਹੋਇਆ ਸੀ ਕੀ ਨਹੀਂ ਹੋਇਆ ਸੀ, ਪੂਰੇ ਬਰਾਦਰੀਆਂ ਕੀ ਨੇ, ਕਿਹੜਾ ਕਿਹਦੇ ਨਾਲ ਜੁੜੇ ਹੈ, ਕੌਣ ਕੀ ਕਰਦਾ ਹੈ, पूरे पिंडी दी हिस्ट्री मेरे को पूछ लो कि भावड़ा बाजार किधर है, कॉलेज रोड किधर है, अपना लंडा बाजार किधर है, किस दी के तारीख है, ये साढ़े राजा बाजार दी की तारीख है। लेकिन आहिस्ता आहिस्ता ये सारी चीज़ां खत्म होंदी जा रही ने। सिर्फ बच्चों को इको याद है कि फैशन की है, अज केड़े ब्रांड दे कपड़े आ रहे ने, केड़े कपड़े असीं लैणे ने, केड़ी जुत्ती लैनी है, ते फास्ट फूड कित्थे चंगा लगदा, फास्ट फूड कित्थे। दूसरी है कि कितनी बड़ी बड़ी दुकानां ने ਜਿਹੜੀਆਂ ਕਿਸੇ ਟਾਈਮ ਤੇ ਨਾਮ ਸੀ ਉਹਨਾਂ ਦੁਕਾਨਾਂ ਦਾ, ਕਮਰਸ਼ੀਅਲ ਮਾਰਕੀਟ ਵਿੱਚ ਉਹਨਾਂ ਤੇ ਜੁੱਤੀਆਂ ਵਿਕ ਰਹੀਆਂ ਨੇ, ਕਿਤਾਬਾਂ ਦੀਆਂ ਦੁਕਾਨਾਂ ਖਤਮ ਹੋ ਕੇ ਉਹਨਾਂ ਕੱਪੜੇ ਤੇ ਜੁੱਤੀਆਂ ਦੀ ਦੁਕਾਨਾਂ ਆ ਗਈਆਂ ਨੇ। ਤੇ ਸਾਨੂੰ ਫਿਰ ਜੁੱਤੀਆਂ ਮਾਰਨੀਆਂ ਚਾਹੀਦੀਆਂ ਨੇ। ਤੇ ਅਹਿਮਦ ਲਤੀਫ ਸਾਹਿਬ ਸਾਡਾ ਮੁਸਤਕਬਲ ਜਿਹੜਾ ਹੈ ਨਾ ਇਹਨਾਂ ਬੱਚਿਆਂ ਦੇ ਹੱਥ 'ਚ, ਔਰ ਇਹਨਾਂ ਬੱਚਿਆਂ ਨੇ ਸਿਰਫ ਮੋਬਾਈਲ ਚੁੱਕ ਲਿੱਤਾ ਹੈ, ਠੀਕ ਹੈ, ਔਰ ਠੀਕ ਹੈ ਡਿਜੀਟਲ ਤੇ ਬੱਚੇ ਸਾਡੇ ਤੋਂ ਬਹੁਤ ਅੱਗੇ ਨਿਕਲ ਗਏ ਨੇ, ਲੇਕਿਨ ਇਹ ਕਿ اخلاقی ਪਸਤੀ ਵੀ ਬਹੁਤ ਹੋ ਗਈ ਹੈ ਤੇ ਲਿਹਾਜ਼ਾ। ਅੱਛਾ ਹੁਣ ਕੀ ਕਰੀਏ, ਜਿਹੜੇ ਮੇਲੇ ਲੱਗਦੇ ਨੇ, ਜਿਹੜਾ ਚੰਗਾ ਹੈ ਤੁਸੀਂ ਗੱਲ ਅਸਲ 'ਚ ਕਿਤਾਬ ਦੀ ਗੱਲ ਹੈ ਨਾ, ਅਸਲ ਤਾਂ ਮਤਾਲੇ ਦੀ ਗੱਲ ਹੈ, ਔਰ ਰੀਡਿੰਗ ਮਟੀਰੀਅਲ ਜਿਹੜਾ ਉਹ ਕਿੱਧਰ ਗਿਆ, ਉਹ ਹੁਣ ਸਾਰਾ ਅਸੀਂ ਉਹਦਾ ਮਾਡਲ ਤਬਦੀਲ ਕਰ ਲਿਆ। ਤੇ ਕਿਆ ਅੱਜ ਵੀ ਲੋਕ ਨਾਵਲ ਪੜ੍ਹਦੇ ਨੇ ਅੱਜ, ਕਿਉਂਕਿ ਜ਼ਾਹਿਰ ਹੈ ਕਹਾਣੀ ਹੈ ਤੇ ਉਹ ਫਿਲਮ ਹੈ, ਕਹਾਣੀ ਹੈ ਤੇ ਉਹ ਡਰਾਮਾ ਹੈ, ਉਹ ਸੀਰੀਜ਼ ਜਿਹੜੀ ਉਹ ਵੀ ਚਲਦੀ ਹੈ। ਤੇ ਅੱਜ ਵੀ ਖਲੀਲੁਰ ਰਹਿਮਾਨ ਕਮਰ ਤੇ ਹੋਰ ਵੀ ਕਿਤਨੇ ਉਹ ਨਿਮਰਾ ਤੇ ਇਹ ਤੇ ਉਹ ਸਾਰੀਆਂ ਲਿਖਣ ਵਾਲੀਆਂ ਉਹ ਬਹੁਤ ਵਿਕਦੀਆਂ ਪਈਆਂ ਤੇ ਬਹੁਤ ਪੈਸੇ ਕਮਾ ਰਹੀਆਂ। ਤੁਸੀਂ ਕੀ ਸਮਝਦੇ ਹੋ ਕਿ ਅਸਾਂ ਵਕਤ ਦੇ ਨਾਲ ਨਾਲ ਆਪਣੇ ਮਾਡਲ ਜਿਹੜੇ ਨੇ ਉਹ ਤਬਦੀਲ ਕਰਨੇ ਨੇ? ਮਸਲਨ ਜਰਨਲਿਜ਼ਮ ਦਾ ਮਾਡਲ ਤਬਦੀਲ ਹੋ ਗਿਆ, ਪੜ੍ਹਨ ਪੜ੍ਹਾਉਣ ਦਾ ਮਾਡਲ ਤਬਦੀਲ ਹੋ ਗਿਆ, ਇਹ ਸਾਰਾ ਕੁਝ ਜਿਹੜਾ ਇਹ ਡਿਜੀਟਲਾਈਜ਼ ਹੋ ਗਿਆ। ਤੇ ਡਿਜੀਟਲਾਈਜੇਸ਼ਨ ਜਿਹੜੀ ਹੈ ਉਹ ਅਸੀਂ ਕੋਈ ਸਹੀ ਪੇ ਕਰਨੇ ਆ ਜਾਂ ਐਵੇਂ ਹੀ ਅਸੀਂ ਭੇਡ ਚਾਲ ਹੀ ਕਰੀ ਜਾ ਰਹੇ ਹਾਂ? ਡਿਜੀਟਲ ਜਿਹੜੇ ਟੀਵੀ ਨੇ ਜਾਂ ਡਿਜੀਟਲ ਜਿਹੜੀ ਚੀਜ਼ਾਂ ਨੇ ਉਹ ਵੈਸੇ ਤੇ ਬਹੁਤ ਅੱਛੀਆਂ ਨੇ, ਚੱਲ ਵੀ ਰਹੀਆਂ ਨੇ, ਲੋਕ ਪੜ੍ਹਦੇ ਵੀ ਨੇ, ਲੇਕਿਨ ਹੈ ਕਿ ਨਾਵਲ ਔਰ ਕਈ ਲੋਕ ਹੁਣ ਵੀ ਨਾਵਲ ਪੜ੍ਹ ਰਹੇ ਨੇ। ਤੁਸੀਂ ਸਦਰ ਚਲੇ ਜਾਓ, ਇਤਵਾਰ ਵਾਲੇ ਪੁਰਾਣੀ ਕਿਤਾਬਾਂ ਲੋਕ ਹੁਣ ਵੀ ਦੇਖ ਰਹੇ ਨੇ ਬੜੇ ਬੜੇ, ਲੇਕਿਨ ਉਹ ਬਹੁਤ ਥੋੜੇ ਜਿਹੇ ਲੋਕ ਰਹਿ ਗਏ ਨੇ। ਕਮੇਟੀ ਚੌਕ ਤੁਸੀਂ ਚਲੇ ਜਾਓ, ਮੈਂ ਉਸ ਦਿਨ ਇੱਕ ਦਿਨ ਗਿਆ, ਮੈਂ ਹੈਰਾਨ ਰਹਿ ਗਿਆ। ਕਮੇਟੀ ਚੌਕ ਬੱਚੇ ਦੇ ਪੜ੍ਹਨੇ ਦੀ ਕਿਤਾਬਾਂ ਦਾ ਪਹਿਲੇ ਜਦੋਂ ਛੁੱਟੀਆਂ ਹੁੰਦੀਆਂ ਸਨ ਤੇ ਲੋਕ ਆਉਂਦੇ ਸਨ, ਕਹਿੰਦੇ ਸਨ ਸਾਨੂੰ ਖੁਸ਼ਕਤੀ ਜਿਹੜੀ ਨਾ ਲਿਖਣੇ ਮਾਰੇ ਸਾਨੂੰ ਕਿਤਾਬਾਂ ਦੇ ਦਿਓ, ਕਹਾਣੀਆਂ ਪੜ੍ਹਨੇ ਮਾਰੇ ਬੱਚਿਆਂ ਦੀ ਚਾਹੀਦੀਆਂ ਨੇ। ਹੁਣ ਕਹਿੰਦਾ ਕੋਈ ਬੰਦਾ ਨਹੀਂ ਆਂਦਾ ਕਿ ਕੋਈ ਕਿਤਾਬ ਲੈਣ ਮਾਰੇ ਆ ਜਾਏ ਬੱਚੇ ਦੀ, ਜਾਂ ਕੋਈ ਬੱਚਾ ਕਿਤਾਬ ਮਾਰੇ ਲੈਣ ਆਵੇ, ਜਾਂ ਕੋਈ ਬੱਚਾ ਖੁਸ਼ੀ ਮਾਰੇ ਕਹੇ ਜੀ ਮੈਨੂੰ ਕਿਤਾਬ ਚਾਹੀਦੀ ਹੈ, ਮੈਂ ਪੜ੍ਹਨਾ ਹੈ। ਪੜ੍ਹਨੇ ਦਾ ਰੁਝਾਨ ਆਹਿਸਤਾ ਆਹਿਸਤਾ ਖਤਮ ਹੋ ਰਿਹਾ, ਔਰ ਇਸ ਰੁਝਾਨ ਦੇ ਨਾਲ ਇਹ ਨੁਕਸਾਨ ਹੋ ਰਿਹਾ ਕਿ ਬੱਚਿਆਂ ਦੀ ਯਾਦਾਸ਼ਤ ਜਿਹੜੀ ਹੈ ਨਾ ਉਹ ਕਿਸੇ ਚੀਜ਼ ਦੀ ਯਾਦ ਨਹੀਂ ਰਹਿੰਦੀ। ਜਿਹੜਾ ਚੀਜ਼ ਪੜਾਂਗੇ ਅਸੀਂ ਉਹ ਸਾਨੂੰ ਯਾਦ ਰਹੇਗੀ, ਜਿਹੜਾ ਅਸੀਂ ਦੇਖਾਂਗੇ ਉਹ ਸਾਨੂੰ ਯਾਦ ਨਹੀਂ ਰਹਿੰਦੀ, ਉਹਦੇ ਸੈਕਿੰਡਾਂ ਹੀ ਨਿਕਲ ਜਾਂਦੀ ਹੈ। ਇਹ ਬੜੀ ਗੱਲ ਕੀਤੀ, ਜੇ ਵੇਖਣਾ ਯਾਦ ਨਹੀਂ ਰਹਿੰਦਾ ਪੜ੍ਹਨਾ ਯਾਦ ਰਹਿੰਦਾ, ਉਹ ਅੰਦਰ ਨਕਸ਼ ਬਣ ਜਾਂਦਾ ਹੈ। ਦੂਸਰੀ ਗੱਲ ਹੈ ਕਿ ਜੈਸੇ ਕਹਾਣੀਆਂ ਨੇ, ਹੁਣ
ਤੁਸੀਂ ਦੇਖ ਲਓ ਕਿ ਜਿਤਨੇ ਲੋਕ ਨੇ ਨਾ ਬੜੇ ਬੜੇ ਕਹਾਣੀ ਨਵੀਸ, ਉਹਨਾਂ ਦੇ ਬਜ਼ੁਰਗ ਜਾਂ ਉਹਨਾਂ ਦੇ ਵਾਲਿदैन ਰੇਲਵੇ ਦੇ ਨਾਲ ਅਟੈਚਮੈਂਟ ਸੀ। ਕੋਈ ਸਟੇਸ਼ਨ ਮਾਸਟਰ ਸੀ, ਮੁੰਨੂ ਭਾਈ ਦੇ ਵਾਲਿਦ ਸਾਹਿਬ, ਕਿਤਾਬਾਂ ਹੁੰਦੀਆਂ ਸਨ, ਮੁੰਨੂ ਭਾਈ ਦੇ ਵਾਲਿਦ ਸਾਹਿਬ ਵੀ ਸਟੇਸ਼ਨ ਮਾਸਟਰ ਸਨ ਵਜ਼ੀਰਾਬਾਦ। ਮਜ਼ਹਰੁਲ ਇਸਲਾਮ ਸਾਹਿਬ ਵੀ ਵਜ਼ੀਰਾਬਾਦ ਦੇ ਸਨ, ਉਹਨਾਂ ਦੇ ਵੀ ਰੇਲਵੇ ਨਾਲ ਅਟੈਚਮੈਂਟ ਸੀ। ਔਰ ਉਹਨਾਂ ਦੀ ਸਾਰੀ ਕਹਾਣੀਆਂ ਰੇਲਵੇ ਦੇ ਨਾਲ ਟ੍ਰੇਨ ਦੇ ਨਾਲ ਪੂਰਾ ਉਹ ਜਿਹੜਾ ਬਾਊ ਟ੍ਰੇਨ ਸੀ, ਪੂਰੀ ਉਹ ਸੀਰੀਜ਼ ਪੂਰੀ। ਠੀਕ ਹੈ, ਹੁਣ ਰੇਲਵੇ ਵੀ ਜਿਹੜੀ ਨਾ ਉਹ ਡਿਜੀਟਲ ਤੇ ਹੋ ਰਹੀ ਹੈ। ਚੰਗਾ ਕੀਤਾ ਜੇ ਤੁਸੀਂ ਮੈਨੂੰ ਰੇਲਵੇ ਦੀ ਗੱਲ ਯਾਦ ਕਰਾਈ, ਕਿਉਂਕਿ ਤੁਸੀਂ ਟੈਕਨੀਕਲ ਹੋ ਇਸ ਸਾਰੇ ਮਾਮਲੇ 'ਚ। ਇੱਕ ਤੇ ਸਾਨੂੰ ਦੱਸੋ ਟਰੈਕ ਦੀ ਗੱਲ, ਦੂਸਰਾ ਮੇਰੀ ਆਪਣੀ ਆਬਜ਼ਰਵੇਸ਼ਨ ਹੈ ਕਿ ਜਿਸ ਤਰ੍ਹਾਂ ਲੋਕ ਅਡਾਪਟ ਕਰਦੇ ਨੇ ਨਾ, ਰਿਜ਼ੋਰਟ ਜਿਹੜੇ ਨੂੰ ਅਡਾਪਟ ਕਰ ਲੈਂਦੇ ਨੇ, ਕੋਈ ਸ਼ਹਿਰ ਅਡਾਪਟ ਕਰ ਲੈਂਦੇ ਨੇ, ਕੋਈ ਸਕੂਲ ਅਡਾਪਟ ਕਰ ਲੈਂਦੇ ਨੇ। ਕਿਆ ਰੇਲਵੇ ਦੇ ਕੁਝ ਟਰੈਕ, ਮਸਲਨ ਬੰਨੀ ਗਾਲੇ ਤੋਂ ਸ਼ੁਰੂ ਹੋ ਜਾਓ, ਉਹ ਬੰਨੀ ਬੰਗਲਾ ਖਾਰੀਆਂ ਦੇ ਕੋਲ, ਜਿੱਥੇ ਜਨਰਲ ਜਾਈਏ ਨੂੰ ਉਹ ਰੱਖਿਆ ਸੀ ਨੇ ਆਪਣਾ ਕੈਦ, ਉਹ ਉਸ ਤੋਂ ਬਾਅਦ ਤੁਸੀਂ ਆਉਂਦੇ ਜਾਓ ਸੁਹਾਵੇ ਤੱਕ ਆ ਜਾਓ, ਇਹ ਸਾਰੇ ਆਰਕਾਈਵ। ਕਿਆ ਇਹ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ 'ਚ ਅਸੀਂ ਉਹ ਆਰਕਾਈਵ ਬਣਾ ਕੇ ਉਹਨਾਂ ਨੂੰ ਫੂਡ ਸਟਰੀਟ ਦੇ ਤੌਰ 'ਤੇ, ਉਹਨਾਂ ਨੂੰ ਰਿਜ਼ਾਰਟ ਦੇ ਤੌਰ 'ਤੇ, ਸੈਰੋ ਸਿਆਹਤ ਦੇ ਤੌਰ 'ਤੇ, ਕਿਆ ਇਹ ਵੀ ਹੋ ਸਕਦਾ ਮਨਸੂਬਾ? ਤੇ ਦੂਸਰਾ ਜਿਹੜਾ ਤੁਸੀਂ ਦੱਸਦੇ ਹੋ ਪਏ ਕਿ ਦੁਨੀਆ ਕਿੱਥੇ ਦੀ ਕਿੱਥੇ ਟੁਰ ਗਈ ਤੇ ਸਾਡਾ ਰੇਲਵੇ ਦਾ ਟਰੈਕ ਹਾਲੇ ਵੀ ਪੁਰਾਣੀ ਹੈ। ऐसा है कि अहमद लतीफ़ साहब पाकिस्तान रेलवे दे बहुत सारे ऐसे रेलवे स्टेशन ने ਜਿਹੜੇ ਇੱਕ ਹਿਸਟਰੀ ਦੇ ਮਾਇਨੇ ਰੱਖਦੇ ਨੇ। ਔਰ ਉਹਨਾਂ ਦੀ ਪੂਰੀ ਹਿਸਟਰੀ ਹੈ। ਗੋਲਡਾ ਰੇਲਵੇ ਸਟੇਸ਼ਨ ਤੇ ਇੱਕ ਮਿਊਜ਼ੀਅਮ ਬਣਾਇਆ ਹੈ, ਔਰ ਮੈਂ ਉਹ ਗੋਲਡਾ ਰੇਲਵੇ ਸਟੇਸ਼ਨ ਤੇ ਮਿਊਜ਼ੀਅਮ ਤੇ ਫੀਚਰ ਵੀ ਬਣਾਇਆ ਸੀ, ਔਰ ਉਸਦਾ ਚੀਜ਼ਾਂ ਵੀ ਛਾਪੀਆਂ ਸਨ। ਇਸ਼ਫਾਕ ਖਟਕ ਸਾਹਿਬ ਉਸ ਟਾਈਮ ਡੀਐਸ ਰੇਲਵੇ ਹੁੰਦੇ ਸਨ, ਬਾਅਦ ਜੀਐਮ ਵੀ ਰਹੇ ਸਨ। ਤੇ ਉਹਨਾਂ ਨੇ ਮਨ ਕਿਹਾ, ਉਹਨਾਂ ਨੇ ਕਿਹਾ ਕਿ ਨਦੀਮ ਮਨ ਪ੍ਰਾਈਡ ਆਫ ਪਰਫਾਰਮੈਂਸ ਜਿਹੜਾ ਮਿਲਿਆ ਉਹ ਤੇਰੇ ਫੀਚਰ ਤੇ ਮਿਲਿਆ ਸੀ। ਮਨ ਤੂੰ ਜੰਗ ਅਖਬਾਰ ਵਿੱਚ ਫੀਚਰ ਛਾਪਿਆ ਸੀ। ਤੇ ਉਸ ਤੋਂ ਬਾਅਦ ਫਿਰ ਇਹ ਆਪਣਾ ਕਾਇਮ ਮਕਾਮ ਸਦਰ ਸਨ ਮੀਆਂ ਮੁਹੰਮਦ ਸੁਮਰੋ ਸਾਹਿਬ, ਔਰ ਉਹ ਇੱਕ ਦਿਨ ਲਾਹੌਰ ਤੋਂ, ਪਿੰਡੀ ਤੋਂ ਲਾਹੌਰ ਉਹਨਾਂ ਨੇ ਟ੍ਰੇਨ ਤੇ ਸਫ਼ਰ ਕਰਨਾ ਸੀ ਤੇ ਉਹ ਸਟੇਸ਼ਨ ਤੇ ਆ ਗਏ। ਮੈਂ ਸਟੇਸ਼ਨ ਤੇ ਵੀ ਉਹਨਾਂ ਦੀ ਮਾਰੇ ਕੋਈ ਮਾਡਲ ਵਗੈਰਾ ਰੱਖੇ ਸਨ, ਉੱਧਰ ਵੀ ਛੋਟਾ ਮਿਊਜ਼ੀਅਮ ਬਣਾਇਆ ਸੀ। ਉਹਨਾਂ ਨੇ ਬੜੀ ਦਿਲਚਸਪੀ ਲਿੱਤੀ ਇਸ ਗੱਲ ਤੇ ਉਹਨਾਂ ਨੇ ਵੀ ਟ੍ਰੇਨ ਨੂੰ ਦੇਖਿਆ। ਤੇ ਗੋਲਡਾ ਸਟੇਸ਼ਨ ਤੇ ਹੁਣ ਵੀ ਮਿਊਜ਼ੀਅਮ ਬਣਿਆ, ਲੇਕਿਨ ਉਹ ਮਿਊਜ਼ੀਅਮ ਔਰ ਗੋਲਡਾ ਇੱਕ ਟ੍ਰੇਨ ਵੀ ਚੱਲ ਰਹੀ ਹੈ, ਸਫਾਰੀ ਟ੍ਰੇਨ, ਉਹ ਵੀ ਸਫਾਰੀ ਟ੍रेन भी एक चल रही है। लेकिन क्योंकि इसकी पब्लिसिटी इतनी ज्यादा नहीं हो रही और उसके नाल ਜਿਹੜੀ ਬੋਗੀਆਂ ਔਰ ਜਿਹੜੀ ਚੀਜ਼ਾਂ ਅੱਛਾ ਵਿੱਚ ਇੱਕ ਮੈਂ ਲੁੱਚ ਤਲਣਾ ਚਾਹਨਾ, ਮੈਨੂੰ ਪਤਾ, ਤੁਹਾਨੂੰ ਪਤਾ ਮੈਂ ਲੁੱਚ ਤਲਣ ਦੀ ਆਦਤ ਹੈ ਮੈਨੂੰ। ਇਹ ਲੁੱਚ ਜਿਹੜਾ ਇਹ ਹੈ ਕਿ ਰੇਲਵੇ ਦਾ ਜਿਹੜਾ ਫਲੀਟ ਸੀ, ਜਿਹੜਾ ਗੁੱਡਸ ਦੀ, ਉਹ ਸਾਰਾ ਚੱਲਦਾ ਸੀ। ਤੇ ਕਿਆ ਰੇਲਵੇ ਵਾਲਿਆਂ ਨੇ ਪ੍ਰਾਈਵੇਟ ਜਿਹੜੇ ਟਰਾਂਸਪੋਰਟਰ ਸਨ ਉਹਨਾਂ ਨਾਲ ਰਲ ਕੇ ਜਾਣ ਬੁੱਝ ਕੇ ਰੇਲਵੇ ਨੂੰ ਬਰਬਾਦ ਨਹੀਂ ਕੀਤਾ? ਇਹਦਾ ਦੁਖਦੀ ਰਾਗ ਹੈ ਥੋੜੀ ਜਿਹੀ। ऐसा है कि पाकिस्तान रेलवे का ਜਿਹੜਾ ਫਰੇਟ ਦਾ ਸਿਸਟਮ ਸੀ ਪਹਿਲੇ ਬਹੁਤ ਅੱਛਾ ਸੀ, ਔਰ ਇਤਨੀ ਅੱਛਾ ਸੀ ਕਿ ਤਕਰੀਬਨ ਸਾਰਾ ਦਿਨ ਵਿੱਚ 10 ਗੱਡੀਆਂ, ਮਾਲ ਗੱਡੀਆਂ ਜਿਹੜੀਆਂ ਚਲਦੀਆਂ ਉਹ ਅਸਲ ਪੈਸੇ ਸਨ, ਔਰ ਉਹ ਕਣਕ ਔਰ ਹਰ ਚੀਜ਼ ਆਉਂਦੀਆਂ ਸਨ। ਉਸ ਤੋਂ ਬਾਅਦ ਜ਼ਿਆਉਲਕ ਦੇ ਦੌਰ ਵਿੱਚ NLC ਬਣ ਗਈ ਤੇ ਫਿਰ NLC ਚ ਸ਼ਿਫਟਿੰਗ ਸ਼ੁਰੂ ਹੋ ਗਈ। ਉਸ ਤੋਂ ਬਾਅਦ ਆਹਿਸਤਾ ਹੁਣ ਪਾਕਿਸਤਾਨ ਰੇਲਵੇ ਦੁਬਾਰਾ ਫਰੇਟ ਦੀ ਤਰਫ ਜਾ ਰਹੀ ਹੈ, ਔਰ ਇਸ ਦਫਾ ਪਾਕਿस्तान रेलवे ने फरेट ਵਿੱਚੋਂ ਤਕਰੀਬਨ ਕੋਈ 57-58 अरब रुपए पिछले साल कमाए थे सिर्फ फरेट ਵਿੱਚ। ਵਾਹ ਜੀ ਵਾਹ। ਇਸ ਵਜ੍ਹਾ ਨਾਲ ਕਿ ਕਿਉਂਕਿ ਪਾਕਿस्तान रेलवे ਨੇ ਸਾਦ ਰਫੀਕ ਜਿਸ ਟਾਈਮ ਵਫਾਕੀ ਵਜ਼ੀਰ ਰੇਲਵੇ ਸਨ, ਉਹਨਾਂ ਨੇ ਅਮਰੀਕਾ ਤੋਂ ਇੱਕ ਇੰਜਨ ਖਰੀਦੇ ਸਨ 76, ਔਰ ਉਹ 4000 ਹਾਰਸ ਪਾਵਰ ਦੇ ਇੰਜਨ ਸਨ। ਉਹ ਫਰੇਟ ਟ੍ਰੇਨ ਦੇ ਜ਼ਰੀਏ ਚੱਲ ਰਹੇ ਨੇ, ਔਰ ਇਸ ਟਾਈਮ NLC ਵੀ ਫਰੇਟ ਟ੍ਰੇਨ ਚਲਾ ਰਹੀ ਹੈ। ਤੇ ਲਿਹਾਜ਼ਾ ਸਾਨੂੰ ਚਾਹੀਦਾ ਹੈ ਕਿ ਆਪਣੇ ਟਰੈਕ ਨੂੰ ਬਿਹਤਰ ਕਰੀਏ, ਕਿਉਂਕਿ ਫਸਟ ਪ੍ਰਾਇਰਟੀ ਜਿਹੜੀ ਹੈ ਨਾ ਉਹ ਸਾਡੀ ਟਰੈਕ ਹੈ, ਔਰ ਮੁਸਾਫਰਾਂ ਦੀ ਜਿਹੜੀ ਹੈ ਉਹ ਹਿਫਾਜ਼ਤ ਜਿਹੜੀ ਹੈ ਸਭ ਤੋਂ ਪਹਿਲੇ ਹੋਣੀ ਚਾਹੀਦੀ ਹੈ। ਅੱਛਾ, ਸਾਰੀ ਦੁਨੀਆ ਜਿਹੜੀ ਟਰੈਕ ਤਬਦੀਲ ਹੋ ਗਈ ਤੇ ਤੁਸੀਂ ਦੂਜਾ ਟਰੈਕ ਕਿਉਂ ਨਹੀਂ ਵਿਛਾਇਆ ਜੀ? ਐਸਾ ਹੈ ਕਿ ML1 ਦਾ ਮਨਸੂਬਾ ਜਿਹੜਾ ਸੀ ਉਹ ਨਵਾਜ਼ ਸ਼ਰੀਫ ਦੌਰ ਵਿੱਚ ਤਿਆਰ ਹੋਇਆ ਸੀ ਪਿਛਲੀ ਗਵਰਨਮੈਂਟ ਵਿੱਚ, ਔਰ ਅਗਰ ਉਹ ਗਵਰਨਮੈਂਟ ਰਹਿੰਦੀ, ਸਾਦ ਰਫੀਕ ਨੇ ਤਕਰੀਬਨ ਇਸ ਕਾਫੀ ਸਾਰਾ ਕੰਮ ਕਰ ਲਿਆ ਸੀ। ਪਹਿਲਾ ਜਿਹੜਾ ਆਪਣਾ ਪੈਜ ਸੀ ਉਹ ਸੀ ਕਿ पेशावर तो लेकर ते लाहौर तक पहले सिस्टम दे मुताबिक ML1 तैयार हो जाएगा। उस तो बाद चाइनीज सफीर ने क्या सी कि मैं सुबह का नाश्ता
इस्लामाबाद में करेंगे और दिन का लंच हम कराची में करेंगे। वाह जी वाह। ठीक है, लेकिन क्योंकि इस मंसूबे ते आहिस्ता आहिस्ता साद रफीक रेलवे मिनिस्टर चला गया, उस तो बाद शेख रशीद साहब आ गए, उन्होंने थोड़ा कम किया लेकिन कोई खास तवज्जो नहीं की थी उस ते। ठीक है, तो फिर आहिस्ता आहिस्ता ये ML1 का मंसूबा तकरीबन ठंडा पड़ गया और हुण बहुत ही ठंडा हो गया, हुण इस तरफ कोई खास तवज्जो नहीं दी जा रही है। हनीफ अब्बासी साहब कुछ नहीं कर लगे? हनीफ अब्बासी साहब भी काफी हद तक बहुत अच्छा काम कर रहे ने, तो काफी मेहनत भी कर रहे ने, लेकिन साड़ी ये गुजारिश है कि ट्रेना चलन गया ट्रैक से। अच्छा वो होएगा तो टुरोगे ना, अगर ट्रैक अच्छा तो नहीं तो किसने चलना है? अगर ट्रैक अच्छा होएगा तो फिर ट्रेन चलेगी, लिहाजा ट्रैक की तरफ तवज्जो देनी चाहिए और ट्रेन बोगियों की तरफ तवज्जो देनी चाहिए। इंजन इन्हां कोल इतने ने कि इंजन खाली पे ने, इन्हां कोल खड़े रहंदे ने, लेकिन इन्हां कोल ट्रेन नहीं है। अच्छा, और बोगियां जड़ियां ने ना वो भी इन्हां नूं चाहिदा है कि बोगियां बन रही ने रेलवे कैरेज फैक्ट्री, लेकिन फर्स्ट प्रायोरिटी ट्रैक है। ट्रैक की हालत इतनी खराब है कि पिछले दिन लाहौर रेल कार इतनी अच्छी गड्डी और बगैर किसी कांटे से रूटीन ही गिर गई, आम सिंगल ट्रैक से गड्डी गिर गई और बोगियों अच्छा गड्डियां गिरदियां क्यों वैसे दसना मैनू विचली गल तो सुनना। ऐसा है कि ट्रैक कमजोर होने की वजह नाल, क्योंकि ड्राइवर और जेड़ा रेल का सिस्टम है और रेलवे ड्राइवर नू एक अपना टाइम लिमिट दे देंदा है कि जनाब 4 घंटे 10 मिनट या 4.5 घंटे ट्रेन पहुंचनी है। उसने अपने आगे एक सिस्टम लगाया है कि भाई मैं अगर रावलपिंडी तू चलांगा ते अगर मैं 5 बजे चलना तो 5:09 मैंने चकलाला क्रॉस करना है, 5:15 मैंने स्याला क्रॉस करना है। अगर वो ट्रेन नो लेट करेगा तो उससे सारा काम ही खराब हो जाएगा, सारा काम उसके खाते पे आएगा। उसने ट्रेन ते चलानी है और ट्रैक ठीक करना इंफ्रास्ट्रक्चर का काम है। उन्होंने चाहिए इंजीनियरिंग वाले ट्रैक नू ठीक करन, मैकेनिकल वाले नू चाहिए कि अपने इंजन ठीक करन, ताई गड्डी चल सकती है। अगर असी सिर्फ सफाई की तरफ तवज्जो देंदे रहिए कि स्टेशन साफ होए और पॉलिश करते रहिए ते इस तरह नहीं हो सकता पाकिस्तान रेलवे, क्योंकि पूरी दुनिया च इंटरनेशनल गेज ते गड्डी चल रही है। ठीक है, सिर्फ पाकिस्तान और इंडिया और बांग्लादेश ये 3 ममालिक ऐसे ने जेड़े ब्रॉड गेज थे आज भी गाड़ी चला रहे हैं। वही बड़े सगीर चल रहे हैं, वही पाकिस्तान बड़े सगीर के मुताबिक अंग्रेज दौर के मुताबिक जेड़ा ट्रैक से उससे गाड़ी चल रही है। लिहाजा पाकिस्तान ਨੂੰ ਵੀ इंटरनेशनल गेज की तरफ जाना चाहिए है। इंडिया ने अपना बहुत सारा ट्रैक जिसे कहते हैं तकरीबन 300-400 किलोमीटर का सही कर लिया, स्पेशल ट्रैक उसने इंटरनेशनल गेज ते लै गया है। अगर ਅਸੀਂ इंटरनेशनल गेज ते ML1 ਦੇ ਨਾਲ ਹਾਲੇ ਕੰਮ ਨਹੀਂ ਸ਼ੁਰੂ ਕੀਤਾ, ਹਾਲੇ ਅਸੀਂ ਕੰਮ ਨਹੀਂ ਸ਼ੁਰੂ ਕੀਤਾ। अगर ਅਸੀਂ चले जाइए इंटरनेशनल गेज ਤੇ ਫਿਰ ਅਸੀਂ ईरान तुर्की तक इसी ट्रैक ते बोगियां ते अफगानिस्तान ਨਾਲ ਵੀ ਜੁੜ ਜਾਾਂਗੇ। अफगानिस्तान ਨਾਲ अच्छा अफगानिस्तान सुनिया ਉਹ ਇੰਟਰਨੈਸ਼ਨਲ ਟਰੈਕ ਤੇ ਜਾਂਦਾ ਹੈ, इंटरनेशनल ट्रैक ਤੇ ਜਾ ਰਿਹਾ ਉਹ ईरान ਦੇ ਨਾਲ अजरबैजान इंटरनेशनल और ईरान ਦੇ ਨਾਲ इंटरनेशनल ट्रैक ਤੇ ਜਾ ਰਿਹਾ ਉਹ ਤੇ ਲਿਆਦਾ। अच्छा गोया ਇਹ ਹੋਇਆ ਕਿ अफगानिस्तान ਸਾਡੇ ਤੋਂ ਰੇਲਵੇ ਦੇ ਹਿਸਾਬ ਅੱਗੇ निकल गया, वैसे डॉलर भी उधर चंगे जे। हाँ जी जी, उधर रुपया भी ठीक है, वो आगे निकल रहा है। देखो पाकिस्तान असी ਜਿਹੜਾ ਨਾ 4000 ਹਾਰਸ ਪਾਵਰ ਦੇ ਇੰਜਨ ਮੰਗਾਏ ਨੇ ਅਮਰੀਕਾ ਤੋਂ। ਠੀਕ ਹੈ, ਔਰ ਉਹ 4000 ਹਾਰਸ ਪਾਵਰ ਦੇ ਇੰਜਨ ਇਤਨੇ ਪਾਵਰਫੁਲ ਨੇ ਕਿ ਸਾਡੇ ਟਰੈਕ ਵੀ ਕਮਜ਼ੋਰ ਨੇ ਔਰ ਇਸ ਵਜ੍ਹਾ ਨਾਲ ਟਰੈਕ ਸਾਡਾ ਕਮਜ਼ੋਰ ਹੋ ਰਿਹਾ ਹੈ। ਅਗਰ ਅਸੀਂ 8 ਇੰਜਨ 200 ਹਾਰਸ ਪਾਵਰ ਦੇ, ਜਿਸ ਤਰ੍ਹਾਂ ਅਸੀਂ 40-45 ਇੰਜਨ ਸ਼ਾਇਦ ਮੇਰਾ ਖਿਆਲ ਹੈ 200 ਹਾਰਸ ਪਾਵਰ ਦੇ ਮੰਗਾਏ ਸਨ ਔਰ ਬਾਕੀ 76 ਇੰਜਨ ਅਸੀਂ 4000 ਹਾਰਸ ਪਾਵਰ ਦੇ ਮੰਗਾਏ ਸਨ। ਅਗਰ ਅਸੀਂ 200 ਹਾਰਸ ਪਾਵਰ ਦੇ ਇੰਜਨ ਮੰਗਾਉਂਦੇ ਔਰ ਇਹਨਾਂ ਨੂੰ ਡਬਲ ਯੂਨਿਟ ਕਰਕੇ ਮਲਟੀਪਲ ਇੰਜਨ ਬਣਾ ਲੈਂਦੇ, 4000 ਹਾਰਸ ਪਾਵਰ ਕਰ ਲੈਂਦੇ, ਜਿਸ ਟਾਈਮ ਜ਼ਰੂਰਤ ਹੁੰਦੀ ਤੇ ਇਸ ਇੰਜਨ ਨੂੰ ਸਿੰਗਲ ਚਲਾਉਂਦੇ। ਅੱਛਾ, ਜਹਾਜ਼ ਬਣਾਈ ਜਾ ਰਹੇ ਅਸੀਂ ਤੇ ਰੇਲਵੇ ਨਹੀਂ ਬਣਾਉਂਦੇ ਤੇ और आसान चाहिए है कि असी प्राइवेट पार्टनरशिप के तहत बिल्कुल काम करिए, लेकिन असी इंटरनेशनल म्यार के मुताबिक इंटरनेशनल ट्रैक के मुताबिक के उस तरफ जाइए। असी ईरान साढ़े तो बहुत अगे रेल चला गया है, तुर्की बहुत अगे चला गया, अफगानिस्तान जांदा पिया, चाइना चला गया, अफगानिस्तान चला गया है। ठीक है, तो साड़ी सिर्फ एक दो ट्रेना ने ग्रीन लाइन चल रही है जी, कह रहे ने जो या लाहौर रेल कार चल रही है, बाकी लोग इतना बुरा हाल है ब्रांच लाइना का, इतना बुरा हाल है। असल नुकसान सा नहीं होया है कि जिस टाइम 1976 पाकिस्तान रेलवे ने जर्मनी तो रेल कारां खरीदियां डबल यूनिट और एक दो सिंगल ट्रेले दे नाल
ਬ੍ਰਾਂਚ ਲਾਈਨਾਂ ਤੇ ਦੌੜਦੀਆਂ ਸਨ ਠੀਕ ਹੈ ਲੇਕਿਨ ਜਿਉਂ ਵਕਤ ਗੁਜ਼ਰਦਾ ਗਿਆ ਇਹ ਇੰਜਨ ਖਤਮ ਹੁੰਦੇ ਗਏ ਔਰ ਰੇਲਵੇ ਦੇ ਆਲਾ ਹੁਕਾਮ ਨੇ ਕਿਸੇ ਨੇ ਇਹ ਨਹੀਂ ਦੇਖਿਆ ਕਿ ਅਗਰ ਇਹ ਸਸਤਾ ਯੂਨਿਟ ਹੈ ਅਸੀਂ ਇਹ ਸਸਤੇ ਯੂਨਿਟ ਖੁਦ ਬਣਾ ਲਈਏ ਔਰ ਇਹਨਾਂ ਦੇ ਨਾਲ ਬ੍ਰਾਂਚ ਲਾਈਨ ਮਿਸਾਲ ਦੇ ਤੌਰ ਤੇ ਦਰਗਾਹੀ ਰੇਲ ਕਾਰ ਚੱਲ ਰਹੀ ਸੀ ਮਰਦਾਨ ਰੇਲ ਕਾਰ ਚੱਲ ਰਹੀ ਸੀ ਪਿਸ਼ਾਵਰ ਰੇਲ ਕਾਰ ਚੱਲ ਰਹੀ ਸੀ ਕੁੰਦੀਆਂ ਰੇਲ ਕਾਰ ਚੱਲ ਰਹੀ ਸੀ ਕੋਹਾਟ ਰੇਲ ਕਾਰ ਚੱਲ ਰਹੀ ਸੀ ਨਾਰੋਵਾਲ ਰੇਲ ਕਾਰ ਚੱਲ ਰਹੀ ਸੀ ਠੀਕ ਹੈ ਤੇ ਔਰ ਆਪਣਾ ਹਵੇਲੀਆਂ ਰੇਲ ਕਾਰ ਜਿਹੜੀ ਚੱਲ ਰਹੀ ਸੀ ਇਹ ਸਾਰਾ ਦਿਨ ਹੀ 2-2 ਚੱਕਰ ਲਗਾਉਂਦੀਆਂ ਸਨ ਚਕਵਾਲ ਰੇਲ ਕਾਰ ਚੱਲ ਰਹੀ ਸੀ ਇਹ ਸਾਰਾ ਦਿਨ ਹੀ 2-2 ਚੱਕਰ ਲਗਾਉਂਦੀਆਂ ਸਨ ਹਵੇਲੀਆਂ ਰੇਲ ਕਾਰ ਵਗੈरह और पैर रखने दी ना जगह नहीं होती तमाम स्टूडेंट ये वो सारे लोग इससे सफर करते सन पिशावर रेलकार कोई रखने की जगह नहीं होती लेकिन जूं ये रेलकारा मास्टर रेलकारा खत्म हो गई जर्मनी और जापान इन्होंने पाकिस्तान ਨੂੰ ਗਿਫਟ ਵੀ ਕੀਤੀਆਂ ਸਨ ਔਰ ਪਾਕਿਸਤਾਨ ਨੇ ਬਾਅਦ ਵਿੱਚ ਇਹਨਾਂ ਕੋਲ ਖਰੀਦੀਆਂ ਵੀ ਨੇ 1976 ਦਾ ਮਾਸਟਰ ਰੇਲਕਾਰ ਸਨ ਅੱਜ ਵੀ ਇਹ ਕੰਡਮ ਪਈਆਂ ਨੇ ਉਧਰ ਆਪਣਾ ਪਿੰਡੀ ਸ਼ੈਡ ਵਿੱਚ ਔਰ ਇਹਦੇ ਸਪੇਅਰ ਪਾਰਟ ਪੇਟੀਆਂ ਪੈਕ ਪਏ ਨੇ ਹੁਣ ਵੀ ਰੇਲਵੇ ਵਰਕਸ਼ਾਪ ਸੀਡੀਐਲ ਵਰਕਸ਼ਾਪ ਵਿੱਚ ਨਾ ਠੀਕ ਹੈ ਬੜੀਆਂ ਸੋਹਣੀਆਂ ਗੱਲਾਂ ਹੋ ਗਈਆਂ ਤੇ ਰੇਲਵੇ ਦੀ ਤੇ ਅਸਾਂ ਜਿਹੜਾ ਕਿ ਪਹਿਲਾਂ ਨਾ ਪੁੱਟ ਕੇ ਲੈਣ ਦੀ ਹਰਸ਼ ਹੈ ਮਿੱਟੀ ਤੇ ਪਲੀਤ ਨਾ ਅਸੀਂ ਕਹਿੰਦੇ ਲੇਕਿਨ ਅਸਾਂ ਗੱਲ ਸਾਰੀ ਕਰ ਲਈ ਹੈ ਸਾਡੇ ਨਾਲ ਸਨ ਸੀਨੀਅਰ ਸਾਫੀ ਨਦੀਮ ਖਾਨ ਤੇ ਆਪਣੇ ਯਾਰ ਆਪਣੇ ਬੇਲੀ ਅਮਲ ਤਿਫ ਨੂੰ ਦਿਓ ਇਜਾਜ਼ਤ ਰੱਬ ਰੱਖਾ।